सतनाम वाहिगुरु साहिब जीओ। कतक कर्म कमावणे दोष न काहू जोग। परमेसर ते भुलिया व्यापन सबे रोग। बेमुख होए राम ते लगन जन्म विजोग। खिन मह कौड़े होए गए जितड़े माया भोग। विच न कोई कर सकै किस थै रोवह रोज। कीता किछु न हो गई लिखिया धुर संजोग। बड़ भागी मेरा प्रभ मिलै तां उतरै सब वियोग। नानक कहो प्रभ राख ले मेरे साहिब बंदी मोच। कतक होवै साध संग बिनसै सबे सोच। कतक होवै साध संग बिनसै सबे सोच। वाहिगुरू जी का खालसा वाहिगुरू जी की फतेह। जुगो जुग अटल ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਨਿੱਘੀ ਗੋਦ ਦਾ ਆਨੰਦ ਮਾਣ ਰਹੇ ਸਤ ਸੰਗੀ ਜਨੋ। ਜਿਵੇਂ ਕਿ ਆਪ ਸਭ ਭਲੀ ਭਾਂਤ ਜਾਣਦੇ ਹੀ ਹੋ ਕਿ ਅੱਜ ਕੱਤਕ ਦੇ ਮਹੀਨੇ ਦੀ ਸੰਗਰਾਂਦ ਹੈ। ਕੱਤਕ ਦੇ ਮਹੀਨੇ ਦੀ ਆਰੰਭਤਾ ਹੈ। ਇਹ ਮਹੀਨਾ ਜਿਸ ਮਹੀਨੇ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਅਵਤਾਰ ਧਾਰਿਆ, ਇਸ ਧਰਤੀ ਤੇ ਮਹਾਰਾਜ ਨੇ ਉਤਾਰਤ ਹੋ ਕੇ ਭਾਵ ਅਵਤਾਰਤ ਹੋ ਕੇ ਮਹਾਰਾਜ ਨੇ ਇਸ ਧਰਤੀ ਨੂੰ ਧੰਨ ਕੀਤਾ। ਤੇ ਉਸ ਪਵਿੱਤਰ ਮਹੀਨੇ ਦੇ ਉਪਲਕਸ਼ ਵਿੱਚ ਹੁਣੇ ਆਪਾਂ ਸ਼ਬਦ ਸਰਵਣ ਕੀਤਾ ਹੈ ਜੋ ਸਾਨੂੰ ਕੀ ਉਪਦੇਸ਼ ਕਰਦਾ ਹੈ, ਉਸ ਨੂੰ ਆਪਾਂ ਵਿਚਾਰਾਂਗੇ। ਵਿਚਾਰ ਦੀ ਆਰੰਭਤਾ ਤੇ ਇੱਕ ਵਾਰ ਗੱਜ ਵੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਨਿੱਘੀ ਗੋਦ ਦਾ ਆਨੰਦ ਮਾਣ ਰਹੇ ਸਤ ਸੰਗੀ ਜਨੋ। ਅੱਜ ਕੱਤਕ ਦੇ ਮਹੀਨੇ ਦੀ ਸੰਗਰਾਂਦ ਹੈ। ਕੱਤਕ ਦੇ ਮਹੀਨੇ ਦੀ ਆਰੰਭਤਾ ਹੈ। ਜਿਸ ਉਪਲਕਸ਼ ਵਿੱਚ ਹੁਣੇ ਆਪਾਂ ਜੋ ਸ਼ਬਦ ਸਰਵਣ ਕੀਤਾ ਹੈ ਉਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਰਚਨਾ 12ਵਾਂ ਵਿੱਚੋਂ ਲਿਆ ਗਿਆ ਹੈ। ਇਸ ਮਹੀਨੇ ਦੇ ਪ੍ਰਥਾਈ ਮਹਾਰਾਜ ਸਾਨੂੰ ਕੀ ਸਮਝਾਉਣਾ ਕਰਦੇ ਹਨ, ਆਓ ਜੀ ਉਸ ਨੂੰ ਵਿਚਾਰੀਏ। ਵਿਚਾਰ ਦੀ ਆਰੰਭਤਾ ਤੇ ਗੱਜ ਵੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ। ਕੱਤਕ ਦੇ ਮਹੀਨੇ ਇਹ ਆਖਿਆ ਜਾਂਦਾ ਹੈ ਕਿ ਜੇਕਰ ਕੋਈ ਚੰਗੇ ਕਰਮ ਕਰ ਲੈਂਦਾ ਹੈ ਤਾਂ ਉਸ ਦੇ ਕੀਤੇ ਹੋਏ ਪਾਪ ਘਟ ਜਾਂਦੇ ਹਨ ਤੇ ਪੁੰਨ ਕਰਮ ਵਧਨ ਕਰਕੇ ਫਿਰ ਉਹਨਾਂ ਦਾ ਅਗਲਾ ਵੀ ਸਵਰ ਜਾਂਦਾ ਹੈ। ਤੇ ਮਹਾਰਾਜ ਕਹਿੰਦੇ ਹਨ ਕਿ ਸਾਨੂੰ ਚੰਗੇ ਕਰਮ ਕਮਾਉਣੇ ਚਾਹੀਦੇ ਹਨ ਤਾਂ ਕਿ ਸਾਡੇ ਚੰਗੇ ਕਰਮਾਂ ਕਰਕੇ ਸਾਨੂੰ ਫਿਰ ਅਗਾਂਹ ਵਾਸਤੇ ਵੀ ਸੁੱਖ ਪ੍ਰਾਪਤ ਹੋਵੇ। ਕਿਉਂਕਿ ਜੇ ਮਾੜੇ ਕਰਮ ਕਰਦੇ ਹਾਂ ਤਾਂ ਮਾੜੇ ਕਰਮ ਦਾ ਮਾੜਾ ਹੀ ਨਤੀਜਾ ਨਿਕਲਦਾ ਹੈ। ਫਿਰ ਆਪਾਂ ਹੋਰ ਕਿਸੇ ਨੂੰ ਦੋਸ਼ ਨਹੀਂ ਦੇ ਸਕਦੇ। ਗੁਰਬਾਣੀ ਦਾ ਫਰਮਾਨ ਹੈ ਦੱਦੈ ਦੋਸ਼ ਨਾ ਦਿਉ ਕਿਸੈ ਦੋਸ਼ ਕਰਮਾਂ ਆਪਣੇ ਆ। ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਵਰਜਨਾ। ਕਿ ਜੇਕਰ ਆਪਾਂ ਮਾੜੇ ਕਰਮ ਕਰਕੇ ਸਾਡੇ ਨਾਲ ਜੇ ਮਾੜਾ ਹੋ ਰਿਹਾ ਹੈ ਤਾਂ ਇਸ ਵਿੱਚ ਕਿਸੇ ਹੋਰ ਦਾ ਕੋਈ ਕਸੂਰ ਨਹੀਂ। ਜਿਹੋ ਜਿਹੇ ਆਪਾਂ ਕਰਮ ਕੀਤੇ ਹਨ ਉਸੇ ਅਨੁਸਾਰ ਹੀ ਸਾਨੂੰ ਫਲ ਮਿਲਣੇ ਹਨ, ਉਸੇ ਅਨੁਸਾਰ ਹੀ ਸਾਨੂੰ ਦੁੱਖ ਭੋਗਣੇ ਪੈਣੇ ਹਨ। ਸੋ ਆਪਾਂ ਫਿਰ ਕਿਸੇ ਨੂੰ ਦੋਸ਼ ਨਹੀਂ ਦੇ ਸਕਦੇ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਪਰਮੇਸ਼ਵਰ ਨੂੰ ਭੁਲਾ ਕੇ ਪਰਮਾਤਮਾ ਨੂੰ ਵਿਸਾਰ ਕੇ
ਸਾਨੂੰ ਫਿਰ ਸਾਰੇ ਹੀ ਰੋਗ ਵਿਆਪਣ ਲੱਗ ਜਾਂਦੇ ਹਨ। ਸਾਰੇ ਹੀ ਰੋਗ ਸਾਡੇ ਉੱਤੇ ਹਾਵੀ ਹੋ ਜਾਂਦੇ ਹਨ। ਕਦੋਂ? ਜਦੋਂ ਆਪਾਂ ਪਰਮੇਸ਼ਵਰ ਨੂੰ ਭੁਲਾ ਦਿੱਤਾ ਹੈ। ਦਾਤ ਪਿਆਰੀ ਵਿਸਰਿਆ ਦਾਤਾਰਾ, ਭਾਵ ਕਿ ਸਾਨੂੰ ਜਦੋਂ ਦਾਤਾਂ ਚੰਗੀਆਂ ਲੱਗਣ ਲੱਗ ਪੈਂਦੀਆਂ ਹਨ ਤੇ ਦਾਤਾਂ ਦੇਣ ਵਾਲਾ ਜਦੋਂ ਆਪਾਂ ਵਿਸਾਰ ਦਿੰਦੇ ਹਾਂ, ਫਿਰ ਸਾਨੂੰ ਸਾਰੇ ਹੀ ਰੋਗ ਅੱਪੜ ਜਾਂਦੇ ਹਨ। ਫਿਰ ਸਾਨੂੰ ਮਾਇਆ ਦੇ ਪਦਾਰਥਾਂ ਕਰਕੇ, ਮਾਇਆ ਦੀ ਖਿੱਚ ਕਰਕੇ, ਜਦੋਂ ਇਹਨਾਂ ਮਾਇਆ ਦੇ ਪਦਾਰਥਾਂ ਦਾ ਵਿਛੋੜਾ ਹੁੰਦਾ ਹੈ, ਫਿਰ ਸਾਨੂੰ ਦੁੱਖ ਵਿਆਪਦਾ ਹੈ। ਗੁਰਬਾਣੀ ਦਾ ਫਰਮਾਨ ਵੀ ਹੈ, ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਕਿ ਜੋ ਮਾਟੀ ਦਾ ਪੁੱਤਰਾ ਭਾਵ ਕਿ ਜੋ ਇਨਸਾਨ ਹੈ, ਇਹ ਕਿਸ ਤਰ੍ਹਾਂ ਨਾਲ ਨੱਚਦਾ ਹੈ। ਜਦੋਂ ਕੁਛ ਮਿਲਦਾ ਹੈ ਤਾਂ ਖੁਸ਼ ਹੋ ਜਾਂਦਾ ਹੈ, ਜਬ ਕੁਛ ਪਾਵੈ ਤਬ ਗਰਭ ਕਰਤ ਹੈ, ਤਾਂ ਉਹਨੂੰ ਆਪਣੇ ਤੇ ਹੰਕਾਰ ਹੋ ਜਾਂਦਾ ਹੈ। ਪਰ ਜਦੋਂ ਉਸ ਤੋਂ ਮਾਇਆ ਦੇ ਪਦਾਰਥ ਵਿਸਰ ਜਾਂਦੇ ਹਨ, ਉਸ ਕੋਲੋਂ ਖੁੰਝ ਜਾਂਦੇ ਹਨ, ਤਾਂ ਫਿਰ ਉਹ ਰੋਂਦਾ ਹੈ। ਮਾਇਆ ਗਈ ਤਬ ਰੋਵਨ ਲਗਤ ਹੈ, ਭਾਵ ਕਿ ਫਿਰ ਐਸੇ ਮਨੁੱਖ ਦੀ ਮਹਾਰਾਜ ਨੇ ਗੱਲ ਕੀਤੀ ਹੈ, ਜੋ ਪਰਮੇਸ਼ਵਰ ਨੂੰ ਭੁਲਾ ਦਿੰਦੇ ਹਨ, ਤਾਂ ਫਿਰ ਉਹਨਾਂ ਨੂੰ ਇਹ ਮਾਇਆ ਦੀ ਖਿੱਚ ਕਰਕੇ ਫਿਰ ਦੁੱਖ ਵਿਆਪਦੇ ਹਨ ਤੇ ਇਸ ਰੋਗਾਂ ਕਰਕੇ ਉਹ ਫਿਰ ਦੁਖੀ ਹੁੰਦਾ ਹੈ। ਵੇਮੁਖ ਹੋਏ RAM ਤੇ ਲੱਗਨ ਜਨਮ ਵਿਜੋਗ, ਜਦੋਂ ਕੋਈ RAM ਤੋਂ ਭਾਵ ਉਸ ਪਰਮਾਤਮਾ ਤੋਂ, ਉਸ ਰਮੇ ਹੋਏ RAM ਤੋਂ ਬੇਮੁਖ ਹੋ ਜਾਂਦਾ ਹੈ, ਉਸ ਤੋਂ ਮੂੰਹ ਮੋੜ ਲੈਂਦਾ ਹੈ, ਤਾਂ ਉਸ ਦਾ ਫਿਰ ਜਨਮਾਂ ਜਨਮਾਂਤਰਾਂ ਦਾ ਵਿਛੋੜਾ ਬਣ ਜਾਂਦਾ ਹੈ। ਕਿਉਂਕਿ ਜੇਕਰ ਆਪਾਂ ਉਸ ਪਰਮਾਤਮਾ ਨੂੰ ਸੁੱਖ ਵਿੱਚ ਭੁੱਲ ਗਏ, ਤਾਂ ਮੰਨੋ ਕਿ ਆਪਾਂ ਜੋ ਦੁੱਖ ਵਿੱਚ ਅਰਦਾਸ ਕੀਤੀ ਸੀ, ਉਸ ਅਰਦਾਸ ਕਰਕੇ ਬੇਸ਼ੱਕ ਸਾਨੂੰ ਸੁੱਖ ਮਿਲ ਗਏ ਹਨ, ਪਰ ਜੇ ਸ਼ੁਕਰਾਨਾ ਨਹੀਂ ਕੀਤਾ ਤਾਂ ਸਾਡਾ ਪਰਮਾਤਮਾ ਨਾਲ ਵਿਛੋੜਾ ਹੋ ਜਾਣਾ ਹੈ। ਕਿਉਂਕਿ ਸਾਡਾ ਫਰਜ਼ ਹੈ ਕਿ ਜੋ ਸਾਨੂੰ ਦੇ ਰਿਹਾ ਹੈ, ਉਸ ਦਾ ਆਪਾਂ ਸ਼ੁਕਰਾਨਾ ਕਰੀਏ। ਗੁਰਬਾਣੀ ਦਾ ਫਰਮਾਨ ਜੋ ਆਸਾ ਦੀ ਵਾਰ ਵਿੱਚ ਆਉਂਦਾ ਹੈ, ਜਿਸ ਦਾ ਦਿੱਤਾ ਖਾਵਣਾ ਤਿਸ ਕਹੀਐ ਸ਼ਾਬਾਸ਼, ਨਾਨਕ ਹੁਕਮ ਨਾ ਚੱਲਈ ਨਾਲ ਖਸਮ ਚਲੈ ਅਰਦਾਸ। ਭਾਵ ਜਿਸ ਪਰਮਾਤਮਾ ਨੇ ਸਾਨੂੰ ਦਾਤਾਂ ਦਿੱਤੀਆਂ ਹਨ, ਉਸ ਦਾ ਸਾਨੂੰ ਸ਼ੁਕਰਾਨਾ ਕਰਨਾ ਚਾਹੀਦਾ ਹੈ। ਸੋ ਇਸ ਪੰਕਤੀ ਦਾ ਇਹੀ ਫਰਮਾਨ ਹੈ ਕਿ ਜੇਕਰ ਆਪਾਂ ਪਰਮਾਤਮਾ ਤੋਂ ਬੇਮੁਖ ਹੋ ਜਾਂਦੇ ਹਾਂ, ਤਾਂ ਫਿਰ ਜਨਮ ਜਨਮਾਂਤਰਾਂ ਤੱਕ ਸਾਨੂੰ ਪਰਮਾਤਮਾ ਤੋਂ ਵਿਛੋੜਾ ਸਹਿਣਾ ਪਵੇਗਾ। ਖਿਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ, ਖਿਨ ਮੈਂ ਤੋਂ ਭਾਵ ਹੈ ਅੱਖਾਂ ਦੇ ਝਪਕਣ ਜਿੰਨਾ ਸਮਾਂ, ਕਿ ਇਤਨੇ ਥੋੜੇ ਸਮੇਂ ਵਿੱਚ ਹੀ ਸਾਰੇ ਹੀ ਮਾਇਆ ਦੇ ਪਦਾਰਥ ਫਿਰ ਸਾਨੂੰ ਕੌੜੇ ਵਿਆਪਦੇ ਹਨ। ਕਿਉਂਕਿ ਜੇਕਰ ਆਪਾਂ ਪ੍ਰਮਾਤਮਾ ਨੂੰ ਵਿਸਾਰ ਦਿੱਤਾ, ਜਨਮ ਜਨਮਾਂਤਰਾਂ ਦਾ ਸਾਡਾ ਵਿਛੋੜਾ ਹੋ ਗਿਆ, ਤਾਂ ਸਾਰੇ ਮਾਇਆ ਦੇ ਪਦਾਰਥ ਜਿਤਨੇ ਵੀ ਆਪਾਂ ਭੋਗੇ ਹਨ ਜਾਂ ਭੋਗਣੇ ਹਨ, ਉਹ ਫਿਰ ਸਾਨੂੰ ਕੌੜੇ ਪ੍ਰਤੀਤ ਹੁੰਦੇ ਹਨ। ਭਾਵ ਉਹ ਫਿਰ ਸਾਨੂੰ ਚੰਗੇ ਨਹੀਂ ਲੱਗਦੇ। ਕਿਉਂਕਿ ਗੁਰਬਾਣੀ ਦਾ ਬੜਾ ਹੀ ਸੋਹਣਾ ਫਰਮਾਨ ਹੈ, ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ। ਭਾਵ ਕਿ ਆਪਾਂ ਜਿਸ ਚੀਜ਼ ਦੇ ਵਿੱਚ ਆਪਣੀ ਲਾਲਸਾ ਰੱਖੀ ਹੈ, ਜਿਸ ਵਿੱਚ ਆਪਾਂ ਜੁੜ ਗਏ ਹਾਂ, ਪਰ ਜਦੋਂ ਉਸ ਵਿੱਚ ਜੁੜਨ ਕਰਕੇ ਸਾਨੂੰ ਕੁਝ ਹਾਸਲ ਨਹੀਂ ਹੋ ਰਿਹਾ, ਤਾਂ ਫਿਰ ਉਹ ਸਾਨੂੰ ਕੌੜਾ ਹੀ ਪ੍ਰਤੀਤ ਹੁੰਦਾ ਹੈ। ਉਹ ਸਾਰੇ ਮਾਇਆ ਦੇ ਪਦਾਰਥ ਫਿਰ ਕੌੜੇ ਹੋ ਜਾਂਦੇ ਹਨ, ਮਾੜੇ ਲੱਗਣ ਲੱਗ ਪੈਂਦੇ ਹਨ। ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋਵੈ ਰੋਜ਼, ਫਿਰ ਪਰਮਾਤਮਾ ਨੂੰ ਮਿਲਾਉਣ ਵਾਸਤੇ ਕੋਈ ਵੀ ਸਾਧਨ ਕੰਮ ਨਹੀਂ ਆਉਂਦਾ, ਕੋਈ ਵੀ ਉਪਾਅ ਕੰਮ ਵਿੱਚ ਨਹੀਂ ਆਉਂਦਾ, ਨਾ ਹੀ ਕੋਈ ਫਿਰ ਸਾਨੂੰ ਉਸ ਨਾਲ ਜੋੜ ਸਕਦਾ ਹੈ। ਸਾਨੂੰ ਫਿਰ ਕਿਸੇ ਦੇ ਕੋਲ ਜਾ ਕੇ ਰੋਣ ਦਾ ਵੀ ਕੋਈ ਲਾਭ ਨਹੀਂ ਹੁੰਦਾ, ਕਿਉਂਕਿ ਪਰਮਾਤਮਾ ਹੀ ਹੈ ਕਿ ਉਸ ਪਰਮਾਤਮਾ ਨੂੰ ਜੇਕਰ ਆਪਾਂ ਵਿਸਾਰਿਆ ਹੈ, ਤਾਂ ਫਿਰ ਉਸ ਤੋਂ ਵਿਛੋੜਾ ਹੋਣਾ ਹੈ।
ਤੇ ਜੇਕਰ ਆਪਾਂ ਉਸ ਦਾ ਸ਼ੁਕਰਾਨਾ ਕਰਦੇ ਹਾਂ ਤਾਂ ਫਿਰ ਪਰਮਾਤਮਾ ਨਾਲ ਸਾਡਾ ਵਿਛੋੜਾ ਨਹੀਂ ਹੋ ਸਕਦਾ। ਆਪਾਂ ਸਦਾ ਹੀ ਉਸ ਨਾਲ ਜੁੜੇ ਰਵਾਂਗੇ। ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ। ਉਸ ਪਰਮਾਤਮਾ ਨਾਲ ਜੇਕਰ ਕੋਈ ਵਿਛੜਿਆ ਹੈ ਤਾਂ ਆਪਣੇ ਕਰਮਾਂ ਕਰਕੇ, ਤੇ ਜੇਕਰ ਉਸ ਨਾਲ ਕੋਈ ਜੁੜਿਆ ਹੈ ਤਾਂ ਉਸ ਦੇ ਚੰਗੇ ਕਰਮਾਂ ਕਰਕੇ ਹੀ ਹੈ। ਫਿਰ ਮਹਾਰਾਜ ਅੱਗੇ ਫਰਮਾਨ ਕਰਦੇ ਹਨ, ਕੀਤਾ ਕਿਛੂ ਨਾ ਹੋਵਈ ਲਿਖਿਆ ਧੁਰ ਸੰਜੋਗ। ਫਿਰ ਕਿਸੇ ਦੇ ਕੀਤਿਆਂ ਕੁਛ ਨਹੀਂ ਹੋ ਸਕਦਾ। ਜੋ ਸਾਡੇ ਧੁਰ ਦਰਗਾਹ ਤੋਂ ਸੰਜੋਗ ਲਿਖੇ ਹੋਏ ਹਨ, ਜੋ ਸਾਡੇ ਮੱਥੇ ਦੇ ਭਾਗਾਂ ਵਿੱਚ ਹੈ, ਉਹੀ ਕੁਝ ਹੋਣਾ ਹੈ। ਇਹ ਮੱਥੇ ਦੇ ਭਾਗਾਂ ਦੀ ਗੱਲ, ਇਹ ਸੰਜੋਗਾਂ ਦੀ ਗੱਲ ਮਹਾਰਾਜ ਨੇ ਤਾਂ ਕੀਤੀ ਹੈ ਕਿ ਜੇਕਰ ਕੋਈ ਚੰਗੇ ਕਰਮ ਕਰਦਾ ਹੈ ਤਾਂ ਉਸ ਦਾ ਪਰਮਾਤਮਾ ਨਾਲ ਸੰਜੋਗ ਹੋ ਜਾਂਦਾ ਹੈ। ਸੰਜੋਗ ਤੋਂ ਭਾਵ ਚੰਗਾ ਮੇਲ, ਕਿ ਜੋ ਪਰਮਾਤਮਾ ਨਾਲ ਮਿਲ ਗਿਆ ਹੈ ਉਹ ਸੰਜੋਗ ਵਿੱਚ ਹੈ, ਤੇ ਜੋ ਵਿਛੜ ਗਿਆ ਹੈ ਉਹ ਉਸ ਦੇ ਵਿਜੋਗ ਵਿੱਚ ਹੈ। ਤੇ ਇਹ ਸਭ ਕੁਝ ਤਾਂ ਹੀ ਹੈ ਜੇਕਰ ਆਪਾਂ ਪਰਮਾਤਮਾ ਨਾਲ ਜੁੜੇ ਹੋਏ ਹਾਂ। ਤੇ ਇੱਥੇ ਮਹਾਰਾਜ ਨੇ ਪੂਰਬਲੇ ਕਰਮਾਂ ਦੀ ਵੀ ਗੱਲ ਕੀਤੀ ਹੈ। ਪੂਰਬਲੇ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਿਕ ਬੈਰਾਗੀ। ਜਦੋਂ ਸਾਡੇ ਪੁਰਾਤਨ ਚੰਗੇ ਕਰਮਾਂ ਕਰਕੇ, ਭਾਵ ਕਿ ਜਦੋਂ ਸਾਡੇ ਪੁਰਾਤਨ ਕਰਮ ਸਾਡੇ ਅੱਗੇ ਆਉਂਦੇ ਹਨ ਤਾਂ ਸਾਡਾ ਪਰਮਾਤਮਾ ਨਾਲ ਮੇਲ ਹੋ ਜਾਂਦਾ ਹੈ। ਉਸ ਦੇ ਦਰਸ਼ਨ ਸਾਨੂੰ ਹਰ ਥਾਂ ਤੇ ਹੋਣ ਲੱਗ ਪੈਂਦੇ ਹਨ। ਉਸ ਨਾਲ ਸਾਡਾ ਸਦਾ ਵਾਸਤੇ ਮੇਲ ਹੋ ਜਾਂਦਾ ਹੈ। ਵਡਭਾਗੀ ਮੇਰਾ ਪ੍ਰਭ ਮਿਲੈ, ਤਾਂ ਉਤਰੈ ਸਭ ਬਿਯੋਗ। ਕਿ ਜਦੋਂ ਵੱਡੇ ਭਾਗਾਂ ਵਾਲਾ ਮੇਰਾ ਪਰਮਾਤਮਾ ਚੰਗੇ ਕਰਮਾਂ ਕਰਕੇ ਮੈਨੂੰ ਮਿਲ ਪੈਂਦਾ ਹੈ ਤਾਂ ਮੇਰੇ ਸਾਰੇ ਹੀ ਵਿਯੋਗ, ਸਾਰੇ ਹੀ ਦੁੱਖ ਰੋਗ ਸਾਰੇ ਉਤਰ ਜਾਂਦੇ ਹਨ। ਭਾਵ ਮੇਰਾ ਜਿਤਨਾ ਵੀ ਦੁੱਖ ਹੈ ਉਹ ਫਿਰ ਮਿਟ ਜਾਂਦਾ ਹੈ। ਮੇਰੇ ਜਿਤਨੇ ਵੀ ਮਾਇਆ ਦੇ ਰੋਗ ਹਨ ਉਹ ਖਤਮ ਹੋ ਜਾਂਦੇ ਹਨ। ਕਦੋਂ? ਜਦੋਂ ਪਰਮਾਤਮਾ ਮੈਨੂੰ ਮਿਲ ਪਿਆ ਹੈ। ਨਾਨਕ ਕੋ ਪ੍ਰਭ ਰਾਖ ਲਏ, ਮੇਰੇ ਸਾਹਿਬ ਬੰਦੀ ਮੋਚ। ਐ ਮੇਰੇ ਸਾਹਿਬ, ਸਾਹਿਬ ਪਰਮਾਤਮਾ ਨੂੰ ਹੀ ਕਿਹਾ ਹੈ, ਤੇ ਬੰਦੀ ਮੋਚ ਇਸ ਲਈ ਕਿਹਾ ਹੈ ਕਿ ਉਹ ਪਰਮਾਤਮਾ ਜੋ ਬੰਧਨਾਂ ਤੋਂ, ਮਾਇਆ ਦੇ ਬੰਧਨਾਂ ਤੋਂ ਛੁਟਕਾਰਾ ਦਿਵਾਉਂਦਾ ਹੈ, ਇਸ ਲਈ ਉਸ ਨੂੰ ਬੰਦੀ ਮੋਚ ਕਿਹਾ ਹੈ ਕਿ ਬੰਧਨਾਂ ਤੋਂ ਮੁਕਤ ਕਰਨ ਵਾਲਾ, ਬੰਧਨਾਂ ਤੋਂ ਛੁਡਾਉਣ ਵਾਲਾ। ਹੈ ਪਰਮਾਤਮਾ ਤੂੰ ਮੈਨੂੰ ਰੱਖ ਲੈ। ਐ ਮੇਰੇ ਸਾਹਿਬ, ਹੈ ਬੰਧਨਾਂ ਨੂੰ ਤੋੜਨ ਵਾਲੇ ਪਰਮਾਤਮਾ, ਮੈਨੂੰ ਇਸ ਜਹਾਨ ਵਿੱਚ ਰੱਖ ਲੈ, ਮੈਨੂੰ ਆਪਣੇ ਨਾਲ ਮਿਲਾ ਲੈ। ਕਤਕ ਹੋਵੈ ਸਾਧ ਸੰਗ, ਬਿਨਸੈ ਸਭੇ ਸੋਚ। ਫਿਰ ਮਹਾਰਾਜ ਦੱਸਦੇ ਹਨ ਕਿ ਜੋ ਸਾਧ ਸੰਗਤ ਵਿੱਚ ਆਉਂਦੇ ਹਨ, ਭਾਵ ਇਸ ਮਹੀਨੇ ਨੂੰ ਜੇਕਰ ਆਪਾਂ ਮੁਖਾਤਬ ਹੋ ਕੇ ਇਸ ਮਹੀਨੇ ਦੇ ਅਨੁਸਾਰ ਜੇਕਰ ਆਪਾਂ ਸਾਧ ਸੰਗਤ ਕਰ ਲਈਏ ਤਾਂ ਫਿਰ ਉਸ ਦੇ ਵਿਛੋੜੇ ਵਾਲੇ ਚਿੰਤਾ ਝੋਰੇ ਮੁੱਕ ਜਾਂਦੇ ਹਨ। ਜੋ ਸਾਧ ਸੰਗਤ ਵਿੱਚ ਆ ਜਾਂਦਾ ਹੈ ਤਾਂ ਉਸ ਦਾ ਇਹ ਮਹੀਨਾ ਚੰਗਾ ਹੋ ਜਾਂਦਾ ਹੈ। ਇਹ ਉਂਝ ਤਾਂ ਮਹੀਨਾ ਸਵਾਦਲੀ ਰੁੱਤ ਵਾਲਾ ਵੀ ਕਿਹਾ ਜਾਂਦਾ ਹੈ। ਇਸ ਮਹੀਨੇ ਠੰਡਕ ਸਾਡੇ ਹਿਰਦੇ ਦੇ ਅੰਦਰ ਜਾਂਦੀ ਹੈ, ਜੋ ਸਾਨੂੰ ਤ੍ਰਿਪਤੀ ਲਵਾਉਂਦੀ ਹੈ। ਤੇ ਪਰ ਜੇਕਰ ਆਪਾਂ ਸਾਧ ਸੰਗਤ ਵਿੱਚ ਚਲੇ ਗਏ ਤਾਂ ਆਤਮਿਕ ਤੌਰ ਤੇ ਵੀ ਆਪਾਂ ਉਸ ਪਰਮਾਤਮਾ ਦੇ ਪਿਆਰ ਦੇ ਸਵਾਦ ਨੂੰ ਮਾਣਨ ਲੱਗ ਪਵਾਂਗੇ ਤੇ ਸਾਰੇ ਸਾਡੇ ਚਿੰਤਾ ਝੋਰੇ ਮੁੱਕ ਜਾਣਗੇ। ਤੇ ਸੰਖੇਪ ਵਿੱਚ ਜੇਕਰ ਆਪਾਂ ਇਸ ਸ਼ਬਦ ਨੂੰ ਵਿਚਾਰੀਏ ਤਾਂ ਇਸ ਸ਼ਬਦ ਦਾ ਜੋ ਫਰਮਾਨ ਹੈ, ਜੋ ਇਸ ਦੀ ਵਿਚਾਰ ਹੈ, ਉਹ ਇਹ ਹੈ ਕਿ ਸਾਨੂੰ ਚੰਗੇ ਕਰਮ ਕਰਨੇ ਚਾਹੀਦੇ ਹਨ। ਸਾਨੂੰ ਕਿਸੇ ਦਾ ਹੱਕ ਨਹੀਂ ਖਾਣਾ ਚਾਹੀਦਾ। ਹੱਕ ਪਰਾਇਆ ਨਾਨਕਾ ਉਸ ਸੂਰ ਸੁਗਾਏ। ਕਿ ਜੇਕਰ ਆਪਾਂ ਕਿਸੇ ਦਾ ਹੱਕ ਮਾਰਦੇ ਹਾਂ ਤਾਂ ਜਿਵੇਂ ਕੋਈ ਹਿੰਦੂ ਲਈ ਗਾਂ ਖਾਣਾ
ਤੇ ਮੁਸਲਮਾਨ ਲਈ ਸੂਰ ਖਾਣਾ ਇੱਕ ਬਰਾਬਰ ਹੋ ਜਾਂਦਾ ਹੈ, ਕਿਉਂਕਿ ਇਹਨਾਂ ਧਰਮਾਂ ਵਿੱਚ ਗਾਂ ਨੂੰ ਪਵਿੱਤਰ ਤੇ ਸੂਰ ਨੂੰ ਮੁਸਲਮਾਨਾਂ ਵਿੱਚ ਅਪਵਿੱਤਰ ਆਖਿਆ ਜਾਂਦਾ ਹੈ ਤੇ ਇਸ ਦੇ ਮਾंस ਨੂੰ ਜੇਕਰ ਉਹ ਖਾਂਦੇ ਹਨ ਤਾਂ ਉਹਨਾਂ ਲਈ ਪਾਪ ਮੰਨਿਆ ਜਾਂਦਾ ਹੈ। ਤੇ ਮਹਾਰਾਜ ਇਹ ਦੱਸਦੇ ਹਨ ਕਿ ਜੇਕਰ ਆਪਾਂ ਕਿਸੇ ਦਾ ਹੱਕ ਖਾ ਲਿਆ ਤਾਂ ਸਮਝੋ ਇੰਨਾ ਸਾਨੂੰ ਪਾਪ ਲੱਗ ਸਕਦਾ ਹੈ। ਜਿਵੇਂ ਕਿ ਮਹਾਰਾਜ ਨੇ ਦੱਸਿਆ ਹੈ ਕਿ ਆਪਾਂ ਜੇਕਰ ਚੰਗੇ ਕਰਮ ਕਰਦੇ ਹਾਂ ਤਾਂ ਸਾਡੇ ਨਾਲ ਚੰਗਾ ਹੁੰਦਾ ਹੈ, ਸਾਨੂੰ ਪਰਮਾਤਮਾ ਦਾ ਸੰਜੋਗ ਮਿਲ ਪੈਂਦਾ ਹੈ। ਤੇ ਜੇਕਰ ਆਪਾਂ ਮਾੜੇ ਕਰਮ ਕਰਦੇ ਹਾਂ ਤਾਂ ਮਾੜੇ ਕਰਮਾਂ ਕਰਕੇ ਆਪਾਂ ਉਸ ਤੋਂ ਦੂਰ ਹੋ ਜਾਂਦੇ ਹਾਂ। ਜਨਮ ਜਨਮਾਂਤਰਾਂ ਤੱਕ ਸਾਨੂੰ ਇਹ ਵਿਛੋੜਾ ਫਿਰ ਸਹਿਣਾ ਪੈਂਦਾ ਹੈ। ਇਸ ਲਈ ਸਾਨੂੰ ਸਾਧ ਸੰਗਤ ਵਿੱਚ ਭਾਵ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਆ ਕੇ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ, ਉਸ ਦੀ ਵਿਚਾਰ ਕਰਨੀ ਚਾਹੀਦੀ ਹੈ ਤੇ ਚੰਗੇ ਕਰਮ ਕਰਕੇ ਉਸ ਪਰਮਾਤਮਾ ਦਾ ਮੇਲ ਹਾਸਲ ਕਰਨਾ ਹੈ। ਆਓ ਜੀ ਹੁਣ ਗੱਜ ਵੱਜ ਕੇ ਫਤਿਹ ਦੀ ਸਾਂਝ ਕਰੀਏ। ਗੱਜ ਵੱਜ ਕੇ ਆਖੀਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।